ਤੁਸੀਂ ਬੜੀ ਵਾਰੀ ਕਿਸਾਨ ਸੰਘਰਸ਼ ਮੋਰਚਿਆਂ ਵਿੱਚ ਅੱਗੇ ਆਏ ਹੋ, ਮਿੱਤਰੇ ਹੋ। ਐਡਾ ਵੱਡਾ ਸਮਰਥਨ ਪੰਜਾਬ ਵੱਲੋਂ ਕਦੀ ਕਿਸਾਨ ਜਥੇਬੰਦੀਆਂ ਨੂੰ ਮਿਲਿਆ ਸੀ ਜਿੱਡਾ ਵੱਡਾ ਹੁਣ ਮਿਲਿਆ ਹੈ? ਐਡਾ ਵੱਡਾ ਮੈਂ ਜ਼ਿੰਦਗੀ ਦੇ ਵਿੱਚ ਜਨਤਾ ਦਾ ਸਹਿਯੋਗ ਨਹੀਂ ਮਿਲਿਆ। ਅਸੀਂ ਹੁਣ ਬਹੁਤ ਵੱਡਾ ਇਹਦੇ ਵਾਸਤੇ ਸਿਰਦਰਦੀ ਬਣਾਂਗੇ ਔਰ ਬਹੁਤ ਵੱਡਾ ਨੈਸ਼ਨਲ ਕਿਸਾਨ ਅੰਦੋਲਨ ਪੰਜਾਬ ਦਾ ਨਹੀਂ ਰਹੇਗਾ। ਛੇਤੀ ਹੀ ਦਿੱਲੀ ਵੱਲੇ ਮੂੰਹ ਕਰਾਂਗੇ। ਇਹ ਮੇਰੇ ਖਿਆਲ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਹੋਇਆ ਹੈ ਕਿਸੇ ਮੁੱਦੇ ਦੇ ਉੱਤੇ ਸਰਕਾਰ ਨੇ ਸੱਦਿਆ ਹੋਵੇ, ਉੱਥੇ ਵਾਕਆਊਟ ਹੋਇਆ ਹੋਵੇ ਔਰ ਉਹਦੀਆਂ ਦਰਾਂ ਦੇ ਸਾਹਮਣੇ ਉਸ ਮੁੱਦੇ ਦੀਆਂ ਕਾਪੀਆਂ ਫੂਕ ਦਿੱਤੀਆਂ ਗਈਆਂ ਹੋਣ ਔਰ ਮੁਰਦਾਬਾਦ ਜਿੰਦਾਬਾਦ ਕਿਸਾਨ ਮੋਦੀ ਕਿਸਾਨ ਵਿਰੋਧੀ ਦੇ ਨਾਅਰੇ ਲੱਗੇ ਹੋਣ। ਜਿਵੇਂ ਅੱਗੇ ਤੁਹਾਡੇ ਮੁੱਦੇ ਸੀ ਸਟੇਟ ਦੇ ਨਾਲ, ਤੁਹਾਨੂੰ ਲੱਗਦਾ ਵੀ ਅੱਜ ਕੀ ਤੁਹਾਡਾ ਸਿੱਧਾ ਮੱਥਾ ਕੇਂਦਰ ਦੇ ਨਾਲ ਜਾ ਲੱਗਾ? ਨਹੀਂ ਹੈ ਕੇਂਦਰ ਨਾਲ। ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਪਏ ਵੀ ਇੱਥੇ ਮੂਰਤੀ ਅਸੀਂ ਸਾਂਭੇ ਹੋਏ ਨੇ, ਤੁਸੀਂ ਦਿੱਲੀ ਵਾਲੇ ਪਾਸੇ ਮੂੰਹ ਕਰੋ, ਅਸਤੀਫੇ ਚੁੱਕ ਕੇ ਮੱਥੇ ਮਾਰੋ, ਰਾਜਸੀ ਸੰਕਟ ਖੜਾ ਕਰ ਦਿਓ। ਕੈਪਟਨ ਵਰਿੰਦਰ ਸਿੰਘ ਪਾਣੀਆਂ ਦਾ ਮਤਾ ਵਿਧਾਨ 'ਚ ਪਾਇਆ ਹੈ ਤੇ ਉਹ 14 ਸਾਲ ਹੋ ਗਏ ਪਾਣੀ ਰੁਕਿਆ ਹੈ। ਕਦੇ ਅਸੀਂ ਜਾਂਦੇ ਹਾਂ ਸੁਪਰੀਮ ਕੋਰਟ, ਕਦੇ ਉਹ ਜਾਂਦੇ ਨੇ, ਕਦੇ ਹਰਿਆਣੇ ਵਾਲੇ ਜਾਂਦੇ ਨੇ, ਕਦੇ ਭਾਰਤ ਸਰਕਾਰ ਜਾਂਦੀ ਹੈ। ਤੇ ਜੇ ਇਹ ਪਾ ਦਿੰਦਾ ਹੈ ਨਾ ਤੇ ਮੋਦੀ ਦਾ ਪਾਸਾ ਪੁੱਠਾ ਪਵੇਗਾ, ਸਾਨੂੰ ਸਾਥ ਹੈ। 5 ਤਰੀਕ ਨੂੰ ਅਗਲੇ ਮਹੀਨੇ ਦੀ ਨਵੰਬਰ ਨੂੰ ਪੂਰਾ ਭਾਰਤ ਬੰਦ ਹੋਵੇਗਾ ਔਰ ਭਾਰਤ ਦੇ ਕਿਸਾਨ ਸਾਨੂੰ ਕਹਿ ਰਹੇ ਯਾਰ ਤੁਸੀਂ ਇਕੱਲੇ ਪੰਜਾਬ ਬੰਦ ਇੱਕ ਦਿਨ ਕਰਕੇ ਮਿਸਾਲ ਕਾਇਮ ਕਰ ਦਿੱਤੀ, ਆਓ ਹੁਣ ਪੂਰਾ ਭਾਰਤ ਬੰਦ ਕਰੀਏ। ਭਾਰਤ ਵੀ ਪੰਜਾਬ ਵਰਗਾ ਬੰਦ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਇਹਨਾਂ ਦਿਨਾਂ ਵਿੱਚ ਕਿਸਾਨਾਂ ਦਾ ਮੁੱਦਾ ਹਰ ਅਖਬਾਰ ਦੀ ਸੁਰਖੀ ਹੈ। ਬਿਲਕੁਲ ਇੰਜ ਕਹਿ ਲਈਏ ਵੀ ਚਰਮ ਸੀਮਾ ਦੇ ਉੱਪਰ ਜੇ ਕੋਈ ਮੁੱਦਾ ਚੱਲਦਾ ਪਿਆ ਤੇ ਉਹ ਕਿਸਾਨੀ ਦਾ ਮੁੱਦਾ ਚੱਲਦਾ ਪਿਆ। ਕਿਸਾਨ ਘਰ-ਬਾਰ ਛੱਡ ਕੇ ਸੜਕਾਂ ਤੇ ਆਇਆ ਹੋਇਆ, ਰੇਲਵੇ ਟਰੈਕ ਰੋਕੇ ਹੋਏ ਨੇ। ਹਰ ਜਗ੍ਹਾ ਦੇ ਉੱਪਰ ਜੇ ਦੇਖਿਆ ਜਾਵੇ ਤੇ ਮੋਰਚਿਆਂ ਦੇ ਵਿੱਚ ਗੱਲ ਕਿਸਾਨੀ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ, ਜ਼ਮੀਨਾਂ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ ਤੇ ਇਹਨਾਂ ਬਿੱਲਾਂ ਦਾ ਵਿਰੋਧ ਹੋ ਰਿਹਾ ਹੈ ਜੋ ਮੋਦੀ ਸਰਕਾਰ ਲੈ ਕੇ ਆਈ ਹੈ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੀ ਸ਼ਖਸੀਅਤ ਤੋਂ ਅੱਜ ਮੈਂ ਤੁਹਾਡੇ ਰੂਬਰੂ ਕਰ ਰਿਹਾ ਹਾਂ, ਸਰਦਾਰ ਸਤਨਾਮ ਸਿੰਘ ਬਹਿਰੂ ਨੇ ਜਦੋਂ ਇਹ ਬਿੱਲ ਪਾਸ ਹੋਏ ਸੀ, ਕਰੀਬ 5 ਤਰੀਕ ਨੂੰ ਬਿੱਲ ਪਾਸ ਹੋਏ ਸੀ ਤੇ 13 ਜੂਨ ਨੂੰ ਇਹਨਾਂ ਨੇ ਸਾਡੇ ਨਾਲ ਇੰਟਰਵਿਊ ਕਰ ਦਿੱਤੀ ਸੀ। ਉਹਦੇ ਵਿੱਚ ਜਿਹੜੇ ਇਹਨਾਂ ਨੇ ਖਦਸ਼ੇ ਜਤਾਏ ਸੀ ਨਾ, ਮੇਰੇ ਖਿਆਲ ਦੇ ਵਿੱਚ ਉਹ ਸਾਰੀਆਂ ਗੱਲਾਂ ਸੱਚ ਹੋ ਨਿਬੜੀਆਂ। ਸਰਦਾਰ ਸਤਨਾਮ ਸਿੰਘ ਬਹਿਰੂ ਨੇ ਉਦੋਂ ਸਾਰੀਆਂ ਜਿਤਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਇਹਨਾਂ ਤੋਂ ਪਹਿਲ ਕਰਦੇ ਹੋਏ ਇਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਕਿ ਦੇਖੋ ਇਹ ਮੋਦੀ ਸਰਕਾਰ ਕਿਸਾਨ ਮਾਰੂ ਬਿੱਲ ਲੈ ਕੇ ਆਈ ਹੈ, ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਲੈ ਕੇ ਆਈ ਆ। ਔਰ ਇਹ ਗੱਲ ਅੱਜ ਸਾਰੇ ਕਹਿ ਰਹੇ ਨੇ। ਉਦੋਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਲੋਕ ਇਕੱਠੇ ਨਾ ਹੋਏ ਤਾਂ ਬੜਾ ਭਾਰੀ ਨੁਕਸਾਨ ਹੋਏਗਾ, ਮਤਭੇਦ ਭੁਲਾ ਕੇ ਇਕੱਠੇ ਹੋਵੋ। ਤੇ ਮੇਰੇ ਖਿਆਲ ਦੇ ਵਿੱਚ ਲੋਕ ਉਸੇ ਪ੍ਰਕਾਰ ਹੋਏ ਨੇ। ਆਓ, ਅਕਸਰ ਕਿਸਾਨੀ ਮੋਰਚਿਆਂ ਦੇ ਵਿੱਚ ਦੇਖੇ ਜਾਂਦੇ ਨੇ ਕਿਸਾਨ ਆਗੂ ਹੋਣ ਕਰਕੇ ਸਰਦਾਰ ਸਤਨਾਮ ਸਿੰਘ ਬਹਿਰੂ ਸ਼ੰਭੂ ਬਾਰਡਰ ਮੋਰਚੇ ਦੇ ਉੱਪਰ ਅਕਸਰ ਜ਼ਿਆਦਾਤਰ ਸਮਾਂ ਦਿੰਦੇ ਨੇ। ਆਓ ਇਹਨਾਂ ਦੇ ਕੋਲ ਜਾਣਦੇ ਹਾਂ ਕਿ ਕਿਸਾਨੀ ਮੋਰਚਾ ਕਿੱਥੋਂ ਤੱਕ ਅਪੜਿਆ। ਕੁਝ ਮੇਰੇ ਮਨ ਦੇ ਸਵਾਲ ਦੇ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੇ ਕਰਦੇ ਹਾਂ। ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਇਸ ਤਰੀਕੇ ਦਾ ਸਵਾਲ ਜ਼ਰੂਰ ਆਉਂਦਾ ਹੈ ਕਿ ਇਹਨਾਂ ਨੇ ਅੱਗੇ ਵੀ ਐਸਾ ਦੇਖਿਆ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਐਡਾ ਵੱਡਾ ਸਮਰਥਨ ਮਿਲ ਜਾਣਾ ਬਹੁਤ ਵੱਡੀ ਗੱਲ ਹੈ। ਸ਼ਾਇਦ ਮੇਰੇ ਜੀਵਨ ਦੇ ਵਿੱਚ ਐਸਾ ਨਹੀਂ ਹੈ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਰਦਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਬਹਿਰੂ ਸਾਹਿਬ। ਪਹਿਲਾਂ ਤਾਂ ਤੁਹਾਡਾ ਧੰਨਵਾਦ, ਕਿਉਂਕਿ ਤੁਸੀਂ ਜਿਹੜਾ ਖਦਸ਼ਾ ਜਤਾਇਆ ਸੀ, ਕੋਈ ਦੇਖੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਕੋਈ ਜੋਤਸ਼ੀ ਹੋ ਜਾਂ ਤੁਸੀਂ ਕੁਝ ਭਵਿੱਖਬਾਣੀਆਂ ਕਰਦੇ ਹੋ, ਪਰ ਕੁਝ ਸੰਕੇਤ ਆ ਜਾਂਦੇ ਨੇ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ। ਜਿਹੜਾ ਖਦਸ਼ਾ ਜਤਾਇਆ ਸੀ ਬਿਲਕੁਲ ਸੱਚ ਹੋ ਨਿਬੜਿਆ। ਤੁਸੀਂ ਗੱਲ ਕੀਤੀ ਸੀ ਵੀ ਇਹ ਮੌਤ ਦੇ ਵਾਰੰਟ ਆਏ ਨੇ, ਇਹ ਕੋਈ ਕਾਨੂੰਨ ਨਹੀਂ ਆਇਆ ਤੇ ਅੱਜ ਹਰ ਸੱਜਣ ਇਹ ਗੱਲ ਕਹਿੰਦਾ ਹੈ। ਦੂਜੀ ਤੁਸੀਂ ਗੱਲ ਕਹੀ ਸੀ ਨਿੱਜੀ ਮਤਭੇਦ ਭੁਲਾ ਕੇ ਸਾਨੂੰ ਸਮਰਥਨ ਕਰਨਾ ਚਾਹੀਦਾ, ਔਰ ਵਾਕਈ ਗੱਲਾਂ ਹੋਈਆਂ। ਮੈਂ ਸਭ ਤੋਂ ਪਹਿਲਾ ਸਵਾਲ ਬਹਿਰੂ ਸਾਹਿਬ ਤੁਹਾਡੇ ਉੱਪਰ ਅੱਜ ਇਹ ਕਰਨਾ ਚਾਹੁੰਦਾ ਵਾਂ, ਤੁਸੀਂ ਬੜੀ ਵਾਰੀ ਕਿਸਾਨ ਸੰਘਰਸ਼ ਮੋਰਚਿਆਂ ਵਿੱਚ ਅੱਗੇ ਆਏ ਹੋ, ਮਿੱਤਰੇ ਹੋ। ਐਡਾ ਵੱਡਾ ਸਮਰਥਨ ਪੰਜਾਬ ਵੱਲੋਂ ਕਦੀ ਕਿਸਾਨ ਜਥੇਬੰਦੀਆਂ ਨੂੰ ਮਿਲਿਆ ਸੀ ਜਿੱਡਾ ਵੱਡਾ ਹੁਣ ਮਿਲਿਆ? ਨਹੀਂ, ਪਹਿਲਾਂ ਤਾਂ ਮੈਂ ਤੁਸੀਂ ਇੱਕ ਸਾਡੀ ਆਵਾਜ਼ ਔਖੇ ਸਮੇਂ ਮੀਡੀਆ ਔਰ ਵਿਸ਼ੇਸ਼ ਕਰਕੇ ਤੁਹਾਡਾ ਚੈਨਲ ਸਾਡੀ ਆਵਾਜ਼ ਲੰਬੇ ਸਮੇਂ ਤੋਂ ਬਣਿਆ ਹੈ ਜੀ। ਜਿਹੜਾ ਪਹਿਲਾ ਸਵਾਲ ਹੈ, ਮੇਰੀ 80 ਸਾਲ ਦੀ ਉਮਰ ਹੈ
ਤੇ 40 ਸਾਲ ਦਾ ਮੇਰਾ ਕਿਸਾਨ ਅੰਦੋਲਨ ਦਾ ਤਜਰਬਾ ਹੈ। ਅੱਛਾ। ਵੱਡੇ ਛੋਟੇ ਮੁੱਦੇ ਉੱਠਦੇ ਰਹੇ, ਅਸੀਂ ਲੜਦੇ ਰਹੇ। ਏਡਾ ਵੱਡਾ ਮੈਂ ਜ਼ਿੰਦਗੀ ਦੇ ਵਿੱਚ ਜਨਤਾ ਦਾ ਸੰਯੋਗ ਨਹੀਂ ਮੈਂ ਵੇਖਿਆ। ਜਿਹੜੇ ਲੋਕਾਂ ਦਾ ਮੁੱਦਾ ਹੁੰਦਾ, ਜਿਵੇਂ ਅਸੀਂ ਕਿਸਾਨ ਮੁੱਦੇ ਤੇ ਕੋਈ ਕਿਸਾਨ ਜਥੇਬੰਦੀ 1 ਜਾਂ 2 4 ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਪਿੱਛੇ, ਉਹ ਸਿਰਫ ਕਿਸਾਨ ਭਾਈਚਾਰਾ ਹੀ ਉਹਨਾਂ ਧਰਨਿਆਂ ਵਿੱਚ ਜਲਸੇ ਜਲੂਸਾਂ ਵਿੱਚ ਜਾਂਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਵੀ ਭਾਵੇਂ ਉਹ ਕਿਸੇ ਵੀ ਕਾਰੋਬਾਰ 'ਚ ਰੇਹੜੀ ਛਾਪੜੀ ਤੋਂ ਲੈ ਕੇ ਮੁਲਾਜ਼ਮ, ਅਫਸਰ, ਬੁੱਧੀਜੀਵੀ, ਵਿਦਿਆਰਥੀ ਜਥੇਬੰਦੀਆਂ, ਹਰ ਸੰਸਥਾਵਾਂ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿੱਤਾ ਹੈ। ਯਾਨੀ ਉਹਨਾਂ ਨੂੰ ਪ੍ਰਚਾਰਕ ਵੀ, ਗਵਈਏ ਵੀ ਸਾਰੇ ਆ ਗਏ ਹੈ ਨਾ। ਮੈਂ ਇਹ ਇੱਕ ਜਿਹੜਾ ਮੈਂ ਤੁਸੀਂ ਸ਼ੁਰੂ ਕੀਤਾ, ਮੈਂ ਦੱਸਾਂਗਾ ਕਿਵੇਂ ਸਾਨੂੰ ਸਹਿਯੋਗ ਮਿਲਿਆ। ਇਹ ਇਤਿਹਾਸ ਦੇ ਵਿੱਚ ਇਹ ਕਿਸਾਨ ਇੱਕ ਵਿਲੱਖਣ ਰੂਪ ਧਾਰ ਚੁੱਕਾ ਹੈ ਕਿਸਾਨ ਅੰਦੋਲਨ। ਜਿਵੇਂ ਅਸੀਂ ਪਹਿਲਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਇੱਕ ਕਿਸਾਨ ਕੋਆਰਡੀਨੇਸ਼ਨ ਕਮੇਟੀ ਬਣਾ ਦਿੱਤੀ, ਉਹਦਾ ਸਤਨਾਮ ਸਿੰਘ ਬਹਿਰੂ ਵੀ ਮੈਂਬਰ ਹੈ 31 ਕਿਸਾਨ ਜਥੇਬੰਦੀਆਂ ਦਾ। ਅਸੀਂ ਪਹਿਲਾ ਪ੍ਰੋਗਰਾਮ ਦਿੱਤਾ ਵੀ ਰੋਸ ਵਜੋਂ ਇੱਕ ਵਾਰ ਆਪਾਂ ਛੋਟਾ ਜਿਹਾ ਪ੍ਰੋਗਰਾਮ ਦੇਈਏ, ਵੀ ਵੇਖਦੇ ਹਾਂ ਵੀ ਲੋਕ ਕਿੰਨਾ ਇਹਦੇ ਉੱਤੇ ਆਪਣੇ ਸੁਚੇਤ ਹੋ ਕੇ ਸਾਨੂੰ ਸਹਿਯੋਗ ਦਿੰਦੇ ਨੇ। ਪਹਿਲਾਂ ਅਸੀਂ 2 ਘੰਟੇ ਸਿਰਫ 12 ਤੋਂ 2 ਵਜੇ ਤੱਕ ਸਾਰੇ ਹਾਈਵੇ ਰੋਡ ਜਾਮ ਕੀਤੇ ਰੋਸ ਵਜੋਂ 15 ਸਤੰਬਰ ਨੂੰ। ਉਹ ਇੰਨਾ ਜ਼ਬਰਦਸਤ ਸਾਨੂੰ ਹੰਗਾਰਾ ਮਿਲਿਆ, ਜਿੱਥੇ ਅਸੀਂ ਨਹੀਂ ਵੀ ਚਾਹੁੰਦੇ ਸੀ ਉੱਥੇ ਵੀ ਲੋਕ ਸੜਕਾਂ ਤੋਂ ਪਿੰਡਾਂ ਵਿੱਚੋਂ ਨਿਕਲ ਕੇ ਤੇ ਆ ਗਏ। ਅਸੀਂ ਫਿਰ ਇਹਨੂੰ ਅੱਗੇ ਵਧਾਉਂਦਿਆਂ ਹੋਇਆਂ 25 ਸਤੰਬਰ ਨੂੰ ਪੂਰਨ ਪੰਜਾਬ ਬੰਦ ਦਾ ਸੱਦਾ ਦਿੱਤਾ ਵੀ ਆਓ ਲੋਕੋ, ਸਾਡੇ ਉੱਤੇ ਬਹੁਤ ਹਮਲਾ ਹੈ, ਜੇ ਅਸੀਂ ਮਾਰੇ ਗਏ ਤੇ ਤੁਹਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ। ਅਸੀਂ ਉਹਨਾਂ ਪ੍ਰਚਾਰ, ਜਿੱਡਾ ਵੱਡਾ ਇਹ ਮੁੱਦਾ ਸੀ, ਜਿੰਨਾ ਵੱਡਾ ਸਾਡੇ ਤੇ ਹਮਲਾ ਸੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ, ਉਹਨਾਂ ਥੋੜ੍ਹੇ ਸਮੇਂ 'ਚ ਪ੍ਰਚਾਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਨਹੀਂ ਸੀ ਕਰ ਸਕੇ, ਪਰ ਅਸੀਂ ਕਮਾਲ ਹੋ ਗਈ। ਸਾਡਾ ਹੌਸਲਾ ਇੰਨਾ ਬੁਲੰਦ ਪੰਜਾਬ ਦੇ ਲੋਕਾਂ ਨੇ ਕੀਤਾ। ਕਦੇ ਵੱਡੇ ਵੱਡੇ ਸ਼ਹਿਰ ਲੁਧਿਆਣੇ ਵਰਗੇ, ਪਟਿਆਲਾ ਵਰਗੇ ਬੰਦ ਨਹੀਂ ਹੋਏ, ਤੇ ਸਾਡੇ ਬਗੈਰ ਅਪੀਲ ਕਰਨ ਤੋਂ ਥੋੜ੍ਹੇ ਪ੍ਰਚਾਰ ਨਾਲ ਪਿੰਡਾਂ ਵਿੱਚ ਤੇ ਹੋਣੀ ਸੀ ਪਿੰਡ ਬੰਦ, ਮੰਡੀਆਂ ਬੰਦ, ਰੋਡ ਬੰਦ। ਕਦੇ ਵੱਡੇ ਵੱਡੇ ਸ਼ਹਿਰ ਜਦੋਂ ਬੰਦ ਹੋ ਜਾਣ, ਰਾਜਧਾਨੀ ਬੰਦ ਹੋ ਜਾਏ, ਤੇ ਫਿਰ ਤਾਂ ਅਸੀਂ ਸੋਚਦੇ ਸੀ ਵੀ ਸ਼ਾਇਦ ਨਰਿੰਦਰ ਮੋਦੀ ਹੁਣ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ, ਸਾਡਾ ਮੁੱਦਾ ਕਿਉਂਕਿ ਭਾਰਤ ਸਰਕਾਰ ਨਾਲ ਜੁੜਿਆ ਹੈ, ਉਹ ਜ਼ਰੂਰ ਸਾਡੀਆਂ ਭਾਵਨਾਵਾਂ ਨੂੰ ਸਮਝਣ ਵਾਸਤੇ ਕੋਈ ਮੀਟਿੰਗ ਆਪ ਨਹੀਂ ਤੇ ਕੋਈ ਹੋਰ ਖੇਤੀਬਾੜੀ ਮੰਤਰੀ ਜਾਂ ਕੋਈ ਸੰਤਰੀ ਸਾਨੂੰ ਸੱਦੇਗਾ। ਪਰ ਦੁੱਖ ਉਦੋਂ ਹੋਇਆ ਸਾਨੂੰ ਵੀ ਐਡਾ ਵੱਡਾ ਲੋਕਾਂ ਦਾ ਸਹਿਯੋਗ ਮਿਲਣਾ, ਇੱਕ ਮੱਤ ਹੋ ਕੇ ਮਿਲਣਾ, ਤੇ ਕੇਂਦਰ ਸਰਕਾਰ ਨੇ ਇੱਧਰ ਧਿਆਨ ਨਹੀਂ ਦਿੱਤਾ। ਅਸੀਂ ਫਿਰ ਚੱਲਦੇ ਰਹੇ ਤੇ ਫਿਰ ਅਸੀਂ ਚਲਦਿਆਂ ਫਿਰ ਅਸੀਂ ਸੋਚਿਆ ਵੀ ਹੁਣ ਅਸੀਂ ਅਗਲਾ ਪ੍ਰੋਗਰਾਮ, ਕਿਉਂਕਿ ਇਸ ਮੁੱਦੇ ਨੂੰ ਅਸੀਂ ਨੈਸ਼ਨਲ ਪੱਧਰ ਤੇ ਲੈ ਕੇ ਜਾ ਰਹੇ ਹਾਂ। ਅਸੀਂ ਹੁਣ ਇਹ ਪ੍ਰੋਗਰਾਮ ਦਿੱਤਾ ਵੀ 1 ਅਕਤੂਬਰ ਤੋਂ ਬਈ ਅਸੀਂ ਰੇਲਾਂ ਪਰੜੀਆਂ ਤੇ ਬਈਏ। ਤੇ ਰੇਲਾਂ ਪਰੜੀਆਂ ਤੇ ਜਦੋਂ ਅਸੀਂ ਸ਼ੁਰੂ ਕੀਤਾ, ਤੇ ਫਿਰ ਇੱਕ ਕੇਂਦਰ ਸਰਕਾਰ ਦਾ ਖੇਤੀ ਵਿਭਾਗ ਦਾ ਸਕੱਤਰ ਹੈ, ਉਹਨੇ ਇੱਕ ਨਿੱਜੀ ਸੀਜ਼ਨ ਦੇ ਵਿੱਚ ਸਾਨੂੰ ਚਿੱਠੀ ਕਰ ਦਿੱਤੀ ਬਗੈਰ ਲੈਟਰ ਪੈਡ ਤੋਂ। ਉਹ ਕਹਿੰਦਾ ਵੀ ਮੈਂ ਤੁਹਾਨੂੰ ਨਿੱਜੀ ਤੌਰ ਤੇ ਬੁਲਾਇਆ, ਤੁਸੀਂ ਕਿਰਪਾ ਕਰਕੇ ਆਓ, ਮੈਂ ਤੁਹਾਨੂੰ ਕੁਝ ਸਮਝਾਉਣਾ ਚਾਹਣਾ। ਤੇ ਅਸੀਂ ਹੈਰਾਨਗੀ ਮੰਨ ਗਏ ਵੀ ਸਾਡੇ 40 ਸਾਲ ਦੇ ਤਜਰਬੇ ਨੇ, 50 ਸਾਲ ਦੇ ਤਜਰਬੇ ਨੇ, ਸਾਰੇ ਬੁੱਧੀਜੀਵੀਆਂ ਨੇ ਸਾਰਾ ਸਪਸ਼ਟ ਕਰਤਾ। ਤੇ ਜਿਹੜੇ ਕਿਸਾਨ ਕੋਆਰਡੀਨੇਸ਼ਨ ਤੁਹਾਡੇ ਇਹ ਆਏ ਨੇ, ਕਿਸਾਨ ਮਾਰੂ, ਇਹਨਾਂ ਨੂੰ ਮੌਤ ਦੇ ਬਰੰਟ ਜਨਤਾ ਸਾਦਰੀ ਕਿਸਾਨਾਂ ਤੋਂ ਇਲਾਵਾ, ਤੇ ਤੁਸੀਂ ਕੀ ਸਾਨੂੰ ਸਮਝਾਓਗੇ? ਅਸੀਂ ਉਹਨੂੰ ਨਰਿੰਦਰ ਮੋਦੀ ਨੂੰ ਖਬਰਦਾਰ ਕੀਤਾ ਵੀ ਇਹੋ ਜਿਹੇ ਅਧਿਕਾਰੀਆਂ ਤੇ ਨੱਥ ਪਾਓ, ਇਹ ਹਾਲਾਤ ਨੂੰ ਖਰਾਬ ਕਰ ਸਕਦੇ ਨੇ। ਵੀ ਵੇਖੋ ਕਿੱਡਾ ਵੱਡਾ ਸਾਨੂੰ ਮਖੌਲ ਕੀਤਾ ਹੈ। ਅਸੀਂ ਨਹੀਂ ਗਏ, ਅਸੀਂ ਵਾਕਆਊਟ ਕੀਤਾ। ਥੋੜ੍ਹਾ ਸਮਾਂ ਜਦੋਂ ਜਨਤਾ ਦਾ ਹੰਗਾਰਾ ਸਾਡਾ ਵੱਧਦਾ ਗਿਆ, ਹਰਿਆਣੇ 'ਚ ਕਿਸਾਨ ਅੰਦੋਲਨ ਜਾ ਵੜਿਆ, ਯੂਪੀ ਜਾ ਵੜਿਆ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, 5 ਸੂਬਿਆਂ 'ਚ ਅੱਗੇ ਅਸੀਂ ਵਧਣ ਲੱਗੇ। ਤੇ ਫਿਰ ਹੁਣ ਇੱਕ ਇਹਨੇ ਚਿੱਠੀ ਕੱਢੀ, ਉਹ ਭਾਰਤ ਸਰਕਾਰ ਵੱਲੋਂ ਆਈ, ਲੈਟਰ ਪੈਡ ਤੇ ਆਈ, ਰਜਿਸਟਰਡ ਆਈ, ਔਰ 30 ਜਥੇਬੰਦੀਆਂ ਨੂੰ ਨਿੱਜੀ ਤੌਰ ਤੇ ਉਹ ਪੱਤਰ ਭੇਜਿਆ ਗਿਆ। ਜਿਵੇਂ ਮੈਂ ਇੱਕ ਮੈਂਬਰ ਹਾਂ, ਮੈਨੂੰ ਵੀ ਉਹ ਪੇਪਰ ਐਡਰੈਸ ਕੀਤਾ ਗਿਆ ਵੀ ਤੁਸੀਂ ਆਓ, ਕਿਰਪਾ ਕਰਕੇ, ਤੁਸੀਂ ਅੰਦੋਲਨਕਾਰੀ ਹੋ, ਲੰਮੇ ਸਮੇਂ ਤੋਂ ਅੰਦੋਲਨ ਚਲਾ ਰਹੇ ਹੋ, ਭਾਰਤ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਔਰ ਸਾਡਾ ਮੰਤਰੀ, ਖੇਤੀਬਾੜੀ ਮੰਤਰੀ ਜਾਂ ਕੋਈ ਹੋਰ ਸੈਂਟਰ ਦਾ ਮੰਤਰੀ ਤੁਹਾਡੇ ਨਾਲ ਬਵੇਗਾ। ਅਸੀਂ ਤਾਂ ਉਹ ਪਾਸ ਕਰਕੇ ਅਸੀਂ ਕਿਹਾ ਵੀ ਜੇ ਅਸੀਂ ਨਹੀਂ ਜਾਂਦੇ ਤੇ ਜਨਤਾ ਕਿਤੇ ਇਹ ਨਾ ਕਹੇ ਵੀ ਇਹ ਕਿਤੇ ਗੱਲਬਾਤ
ਚ ਤਾਂ ਜਾਣਾ ਚਾਹੀਦਾ, ਸ਼ਾਮਲ ਹੋਣਾ ਚਾਹੀਦਾ ਹੈ। ਹਾਂ ਵੀ ਗੱਲਬਾਤ ਨਾਲ ਜੇ ਰਾਹ ਪੱਧਰ ਹੁੰਦਾ ਹੈ ਤਾਂ ਮੇਰੇ ਖਿਆਲ ਕੱਢਣਾ ਚਾਹੀਦਾ ਹੈ। ਹਾਂ, ਅਸੀਂ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ। ਇਹ ਤਾਂ ਸਾਨੂੰ ਪਤਾ ਸੀ ਵੀ ਇਹਦੇ ਚ ਛੇਤੀ ਛੇਤੀ ਨਿਕਲਣ ਵਾਲਾ ਕੁਝ ਨਹੀਂ, ਪਰ ਫਿਰ ਵੀ ਅਸੀਂ ਚਲੇ ਗਏ। ਟਾਈਮ ਦਿੱਤੇ, ਉਹਨੇ ਸਾਨੂੰ 14 ਤਰੀਕ ਨੂੰ ਬੁਲਾਇਆ ਕ੍ਰਿਸ਼ੀ ਭਵਨ ਦਿੱਲੀ। ਅਸੀਂ ਟਾਈਮ ਤੇ ਚਲੇ ਗਏ। 11:30 ਵਜੇ ਜਦੋਂ ਮੀਟਿੰਗ ਸ਼ੁਰੂ ਹੋਈ ਤੇ ਉਸੇ ਤਰ੍ਹਾਂ ਦਾ ਉਹ ਹੀ ਅਧਿਕਾਰੀ ਜਿਹਦੇ ਸਾਈਨਾਂ ਤਰੇ ਸਾਨੂੰ ਪਹਿਲੋਂ ਆਈ ਲੈਟਰ ਆਇਆ ਆਪਣੇ ਐਵੇਂ ਝੂਠਾ ਜਿਹਾ, ਤੇ ਹੁਣ ਜਿਹੜਾ ਸਰਕਾਰੀ ਲੈਟਰ ਆਇਆ ਉਹ ਹੀ ਸਰਕਾਰੀ ਅਧਿਕਾਰੀ ਬੈਠਾ ਸੀ, ਭਾਰਤ ਸਰਕਾਰ ਦਾ ਖੇਤੀਬਾੜੀ ਸਕੱਤਰ ਸੰਜੇ ਆਪਣੇ ਅਗਰਵਾਲ। ਤੇ ਜਦੋਂ ਅਸੀਂ ਉੱਥੇ ਗਏ, ਸਾਰੇ ਲੀਡਰ ਸਾਡੇ ਸਤਿਕਾਰਯੋਗ, ਅਸੀਂ ਤੈਅ ਕਰਕੇ ਗਿਆ ਸੀ ਵੀ ਅਸੀਂ ਸਾਰਿਆਂ ਖਿਲਾਰਾ ਨਹੀਂ ਪਾਉਣਾ। ਜੇ ਕੋਈ ਖੇਤੀਬਾੜੀ ਮੰਤਰੀ ਜਾਂ ਵਿੱਤ ਮੰਤਰੀ ਕੋਈ ਜ਼ਿੰਮੇਵਾਰ ਆਵੇਗਾ, ਅਸੀਂ ਜ਼ਿੰਮੇਵਾਰੀ ਨਾਲ ਗੱਲ ਕਰਨੀ ਹੈ। ਤੇ 7 ਮੈਂਬਰੀ ਕਮੇਟੀ, ਵੈਸੇ ਅਸੀਂ ਸਾਰੇ 30 ਗਏ ਸੀ, 7 ਮੈਂਬਰੀ ਕਮੇਟੀ ਏਜੰਡਾ ਤਿਆਰ ਕਰਕੇ ਗਏ ਸੀ ਵੀ ਅਸੀਂ ਇਹਨਾਂ ਮੁੱਦਿਆਂ ਤੇ ਚਰਚਾ ਸਰਕਾਰ ਨਾਲ ਕਰਨੀ, ਜੇ ਉਹ ਕਰਨਾ ਚਾਹੇ ਤਾਂ। ਅਸੀਂ ਉਹਨੂੰ ਜਦੋਂ ਪੁੱਛਿਆ ਵੀ ਤੁਸੀਂ ਬੈਠੇ ਹੋ, ਬਾਬੂ ਬੈਠੇ ਹੋ, ਟਾਈਆਂ ਲਾ ਕੇ ਬੈਠੇ ਹੋ, 4 5 10 ਅਫਸਰ ਹੋਰ ਤੇਰੇ ਨਾਲ ਬੈਠੇ ਨੇ, ਤੇਰਾ ਜਿਹੜਾ ਵਾਅਦਾ ਸੀ ਸਾਡੇ ਨਾਲ ਟੈਲੀਫੋਨ ਤੇ ਤੁਸੀਂ ਕੀਤਾ ਸੀ ਬਈ ਉਹ ਮੰਤਰੀ ਕਿੱਥੇ ਆ? ਕਹਿੰਦਾ ਜੀ ਨਹੀਂ, ਤੁਸੀਂ ਸਾਡੇ ਨਾਲ ਗੱਲਬਾਤ ਸ਼ੁਰੂ ਕਰੋ, ਤੁਸੀਂ ਆਪ ਦਾ ਮਸਲਾ ਦੱਸੋ। ਅਸੀਂ ਕਿਹਾ ਵੀ ਤੇਰੇ ਕੋਲ ਅਧਿਕਾਰ ਹੀ ਕੋਈ ਨਹੀਂ ਗੱਲ ਸੁਣਨ। ਅੱਛਾ, ਉਦੋਂ ਤੁਸੀਂ ਦਿੱਲੀ ਨਾਲ ਗਏ ਸੀ? ਮੈਂ ਮੈਂਬਰ ਹਾਂ ਨਾ। ਠੀਕ ਹੈ, ਮੈਂ ਮੈਂਬਰ ਸੀ ਨਾ। ਤੇ ਅਸੀਂ ਜਦੋਂ ਉਹਨੂੰ ਵਾਰ-ਵਾਰ ਕਿਹਾ ਵੀ ਤੂੰ ਕੋਈ ਨਾ ਮੰਤਰੀ ਸੰਤਰੀ ਲਿਆ, ਜੇ ਕਿਤੇ ਆਉਣਾ ਚਾਹੁੰਦਾ ਹੈ ਤੇ ਉਹਨੂੰ ਬੁਲਾ ਲੈ, ਅਸੀਂ ਡੀਕ ਸਕਦੇ ਹਾਂ। ਉਹ ਕਹਿੰਦਾ ਨਾ, ਮੇਰੇ ਨਾਲ ਹੀ ਗੱਲ ਕਰੋ, ਮੇਰੇ ਨਾਲ ਹੀ ਗੱਲ ਕਰੋ, ਮੈਂ ਹੀ ਆਪਣੇ ਸਰਕਾਰ ਤੱਕ ਪਹੁੰਚਾ ਦਿਆਂਗਾ। ਅਸੀਂ ਕਿਹਾ ਵੀ ਨਾ, ਸਾਡੇ ਨਾਲ ਐਡਾ ਵੱਡਾ ਮੁੱਦਾ ਹੈ, ਐਡੇ ਵੱਡੇ ਕਿਸਾਨ ਸਾਡੇ ਅੰਦੋਲਨ ਦੇ ਸੜਕਾਂ 'ਤੇ ਬੈਠੇ ਨੇ, ਰੇਲਾਂ 'ਤੇ ਪਰੜੀਆਂ ਬੈਠੇ ਨੇ, ਤੈਨੂੰ ਅਸੀਂ ਇਹ ਤਾਂ ਕਹਿ ਸਕਦੇ, ਸਮਾਂ ਦੇ ਸਕਦੇ, ਤੂੰ ਕਮਰੇ ਤੋਂ ਬਾਹਰ ਜਾ ਕੇ ਟੈਲੀਫੋਨ ਕਰ ਲੈ, ਤੂੰ ਭਾਵੇਂ ਅੱਧਾ ਘੰਟਾ ਮੀਟਿੰਗ ਲੇਟ ਕਰ ਲੈ, ਫਿਰ ਆਪਾਂ ਸ਼ੁਰੂ ਕਰ ਲਾਂਗੇ। ਉਹ ਟੱਸ ਤੋਂ ਮੱਥ ਨਹੀਂ ਹੋਇਆ ਤੇ ਸਵਾ ਘੰਟਾ ਅਸੀਂ ਜਦੋਂ ਬੈਠੇ ਰਹੇ, ਅਸੀਂ ਫਿਰ ਸਾਨੂੰ ਲੱਗਿਆ ਵੀ ਇਹ ਤਾਂ ਉਸ ਪੱਤਰ ਨਾਲੋਂ ਵੀ ਸਾਨੂੰ ਸਾਡੇ ਦੇਸ਼ ਦੇ ਕਿਸਾਨਾਂ ਦੀ, ਪੰਜਾਬ ਦੇ ਕਿਸਾਨਾਂ ਦੀ ਇਨਸਲਟ ਕਰ ਰਿਹਾ ਹੈ ਬੰਦਾ। ਅਸੀਂ ਫਿਰ ਵਾਕਆਊਟ ਕਰਤਾ, ਅਸੀਂ ਬਾਈਕਾਟ ਕੀਤਾ, ਅਸੀਂ ਖਬਰਦਾਰ ਕੀਤਾ ਵੀ ਜੇ ਇਸੇ ਤਰ੍ਹਾਂ ਦੇ ਹਾਲਾਤ ਸਾਡੇ ਦੇਸ਼ ਦੇ ਕਿਸਾਨਾਂ ਨਾਲ, ਪੰਜਾਬ ਦੇ ਨਾਲ ਹੀ, ਇਹ ਹੁਣ ਸਾਰੇ ਦੇਸ਼ ਦਾ ਮੁੱਦਾ ਹੈ। ਜੇ ਨਰਿੰਦਰ ਮੋਦੀ ਇਸੇ ਤਰ੍ਹਾਂ ਹੀ ਸਾਨੂੰ ਟਿੱਚਰਬਾਜ਼ੀ 'ਚ ਸਾਡੇ ਸਤਿਕਾਰ ਨੂੰ ਡੇਗਣ ਦੀਆਂ ਗੱਲਾਂ ਕਰੇਗਾ ਤੇ ਅਸੀਂ ਹੁਣ ਬਹੁਤ ਵੱਡਾ ਇਹਦੇ ਵਾਸਤੇ ਸਿਰਦਰਦੀ ਬਣਾਂਗੇ ਔਰ ਬਹੁਤ ਵੱਡਾ ਨੈਸ਼ਨਲ ਕਿਸਾਨ ਅੰਦੋਲਨ ਪੰਜਾਬ ਦਾ ਨਹੀਂ ਰਹੇਗਾ। ਛੇਤੀ ਹੀ ਦਿੱਲੀ ਵੱਲੇ ਮੂੰਹ ਕਰਾਂਗੇ ਤੇ ਅਸੀਂ ਵਾਕਆਊਟ ਕੀਤਾ। ਤੁਸੀਂ ਉੱਥੇ ਵਾਕਆਊਟ ਕੀਤਾ, ਕਾਪੀਆਂ ਪਾੜ ਕੇ? ਹਾਂ, ਉਸ ਤੋਂ ਬਾਅਦ ਤੁਸੀਂ ਵਾਪਸ ਆਏ? ਸਾਹਮਣੇ ਕਰਤਾ ਉੱਥੇ। ਇਹ ਮੇਰੇ ਖਿਆਲ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਹੋਇਆ ਹੈ ਕਿਸੇ ਮੁੱਦੇ ਦੇ ਉੱਤੇ ਸਰਕਾਰ ਨੇ ਸੱਦਿਆ ਹੋਵੇ, ਉੱਥੇ ਵਾਕਆਊਟ ਹੋਇਆ ਹੋਵੇ ਔਰ ਉਹਦੀਆਂ ਦਰਾਂ ਦੇ ਸਾਹਮਣੇ ਉਸ ਮੁੱਦੇ ਦੀਆਂ ਕਾਪੀਆਂ ਫੂਕ ਦਿੱਤੀਆਂ ਗਈਆਂ ਹੋਣ ਔਰ ਮੁਰਦਾਬਾਦ, ਜਿੰਦਾਬਾਦ, ਕਿਸਾਨ ਮੋਦੀ, ਕਿਸਾਨ ਵਿਰੋਧੀ ਦੇ ਨਾਅਰੇ ਲੱਗੇ ਹੋਣ। ਅੱਛਾ, ਨਾਅਰੇ ਵੀ ਉੱਥੇ ਲੱਗੇ? ਪੂਰੇ ਲੱਗੇ, ਮੋਦੀ ਕਿਸਾਨ ਪੂਰੇ ਲੱਗੇ। ਸਾਨੂੰ ਗੁੱਸਾ ਬਹੁਤ ਸੀ। ਵੈਸੇ ਅਸੀਂ ਤਾਂ ਜਿਹੜੇ ਲੋਕ ਜ਼ਿੰਮੇਵਾਰ ਸੀ, ਸਾਡੇ ਕੁਝ ਬੱਚੇ ਨਾਲ ਗਏ ਸੀ, 2-2 4-4 ਬੱਚੇ ਗਏ ਸੀ, ਭਾਵੇਂ ਉਹ ਬਾਹਰ ਬੈਠੇ ਸੀ। ਜਦੋਂ ਅਸੀਂ ਉਹਨਾਂ ਕੋਲ ਵਾਕਆਊਟ ਕਰਕੇ ਆਏ ਤੇ ਉਹਨਾਂ ਨੂੰ ਗੁੱਸਾ ਹੀ ਬਹੁਤ ਸੀ ਜ਼ਿਆਦਾ, ਨਾਰਾ ਉਹਨਾਂ ਮਾਰੇ। ਅਸੀਂ 15-20 ਮਿੰਟ ਰੋਸ ਪ੍ਰਦਰਸ਼ਨ ਕਰਕੇ ਅਸੀਂ ਫਿਰ ਵਾਪਸ ਆ ਗਏ। ਦੂਜੇ ਦਿਨ ਅਸੀਂ ਫਿਰ ਚੰਡੀਗੜ੍ਹ ਬਹਿ ਕੇ 15 ਤਰੀਕ ਨੂੰ ਸੋਚਿਆ ਵੀ ਇਹ ਤਾਂ ਬਹੁਤ ਵੱਡੀ ਇਨਸਲਟ ਹੋਈ ਸਾਡੀ, ਵੀ ਅਸੀਂ ਅੱਗੇ ਹੁਣ ਕੀ ਕਰਨਾ ਹੈ। ਅਸੀਂ ਫਿਰ ਇਹਨੂੰ ਆਪਣੇ 20 ਤਰੀਕ ਤੱਕ ਜਿਹੜਾ ਸਾਡੀਆਂ ਭਰਤੀਆਂ ਤੇ ਅਸੀਂ ਕਿਸਾਨ ਬੈਠੇ ਸੀ, ਰੇਲਾਂ ਬੰਦ ਸੀ, ਭਾਵੇਂ ਮੁੱਖ ਮੰਤਰੀ ਸਾਨੂੰ ਵਾਰ-ਵਾਰ ਅਪੀਲਾਂ ਕਰ ਰਿਹਾ ਸੀ। 15 ਤਰੀਕ ਨੂੰ ਫਿਰ ਇਹਦੇ ਨਹੀਂ, ਮੇਰਾ ਇੱਕ ਸਵਾਲ ਹੋ ਰਿਹਾ। ਤੁਸੀਂ ਜਿਵੇਂ 2-3 ਗੱਲਾਂ ਕਹੀਆਂ ਵੀ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਹੋਈਆਂ, ਵੀ ਏਡਾ ਵੱਡਾ ਸਮਰਥਨ ਤੁਸੀਂ ਕਿਹਾ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ। ਦੂਜਾ ਤੁਸੀਂ ਕਿਹਾ ਵੀ ਕਿਵੇਂ ਉਹਨਾਂ ਦੇ ਦਰਾਂ ਮੂਹਰੇ ਕਾਪੀਆਂ ਪਾੜਦੀਆਂ ਤੇ ਉਹਨਾਂ ਦੇ ਵਿਰੋਧ ਵਿੱਚ ਨਾਅਰੇ ਲੱਗਣੇ, ਇਹ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ। ਮੈਂ ਸੰਖੇਪ ਜਿਹਾ ਦੱਸਿਆ ਪਹਿਲੀ ਵਾਰ। ਮਨ ਦੇ ਵਿੱਚ ਸਵਾਲ ਮੇਰੇ ਇਹ ਆ ਰਿਹਾ ਹੈ ਵੀ ਜਿਵੇਂ ਅੱਗੇ ਤੁਹਾਡੇ ਮੁੱਦੇ ਸੀ ਸਟੇਟ ਦੇ ਨਾਲ, ਤੁਹਾਨੂੰ ਲੱਗਦਾ ਵੀ ਅੱਜ ਕੀ ਤੁਹਾਡਾ ਸਿੱਧਾ ਮੱਥਾ ਕੇਂਦਰ ਦੇ ਨਾਲ ਜਾ ਲੱਗਾ ਹੈ? ਹੀ ਕੇਂਦਰ ਨਾਲ ਹੈ, ਇੱਕ ਇੱਧਰ ਨਾਲ ਅਸੀਂ। ਮੈਂ ਉਦੋਂ ਵੀ ਪਹਿਲੀ ਜਿਹੜੀ ਇੰਟਰਵਿਊ ਕੀਤੀ ਸੀ, ਮੈਂ ਕਿਹਾ ਵੀ ਤੁਸੀਂ ਸਵਾਲ ਕੀਤਾ, ਤੁਸੀਂ ਸਟੇਟ ਦੇ ਨਾਲ ਕਈ ਵਾਰੀ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਇਹ ਤਾਂ ਹੁਣ ਆਰਡੀਨੈਂਸ ਆ ਗਏ, ਤੁਹਾਡਾ ਪੰਜਾਬ ਸਰਕਾਰ ਬਾਰੇ ਰਵੱਈਆ ਕੀ? ਮੈਂ ਕਿਹਾ ਵੀ ਇਹ ਮੁੱਦੇ ਹੈਗੇ ਨੇ, ਅਸੀਂ ਲੜ ਰਹੇ ਹਾਂ, ਲੜਾਂਗੇ, ਪਰ ਹੁਣ ਸਾਡੇ ਉੱਤੇ ਬਹੁਤ ਵੱਡਾ ਜਿਹੜਾ ਨਰਿੰਦਰ ਮੋਦੀ ਨੇ MSC ਨੂੰ ਖਤਮ ਕਰਨ ਵਾਸਤੇ ਜਾਂ FCI ਨੂੰ ਭੰਗ ਕਰਨ ਵਾਸਤੇ ਜਾਂ ਕਾਰਪੋਰੇਟ ਘਰਾਣਿਆਂ ਨੂੰ ਲਿਆ ਕੇ ਜ਼ਮੀਨਾਂ ਤੇ ਕਬਜ਼ੇ ਕਰਨ ਵਾਸਤੇ, ਅਸੀਂ ਇਹ ਜਿਹੜੇ ਲੋਕਲ ਮੁੱਦੇ ਨੇ ਫਿਰ ਲੜਦੇ ਰਹਾਂਗੇ ਸਾਡੀ ਆਪ ਦੀ ਸਰਕਾਰ ਨਾਲ। ਅਸੀਂ ਹੁਣ ਸੈਂਟਰ ਨਾਲ ਸਿੱਧੀ ਲੜਾਈ ਅਸੀਂ ਉਹ ਸ਼ੁਰੂ ਕੀਤੀ ਸੀ। ਪਹਿਲੇ ਪੜਾਅ ਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਆਪਣੇ ਪੋਲੀਟੀਕਲ ਲੀਡਰਸ ਨੇ, ਉਹ ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਕਾਂਗਰਸੀ ਹੈ,
ਇਹਨਾਂ ਨਾਲ ਤੁਹਾਡਾ ਕੀ ਚੱਲਦਾ ਪਿਆ ਆਪਸੀ? ਇਹ ਤੁਹਾਨੂੰ ਇਹਨਾਂ ਕੀ ਨਾਲ ਕਹਿੰਦੇ ਬੜਾ ਪਏ ਸਾਫ਼ ਨੇ? ਹੈ। ਅਸੀਂ ਤਾਂ ਪਹਿਲਾਂ ਤੋਂ ਇਹ ਕੋਈ ਹੁਣ ਨਹੀਂ ਹੈਗਾ। ਰਾਜਨੀਤਿਕ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਹੀ ਮੁੱਖ ਰੱਖ ਕੇ ਸਾਰਾ ਕੁਝ ਕਰਦੀਆਂ। ਇਹ ਆਪਦੇ ਵੋਟ ਬੈਂਕ ਨੂੰ ਖਿਸਕਣ ਤੋਂ ਇਹਨਾਂ ਨੂੰ ਕਾਂਬਾ ਚੜਿਆ ਹੋਇਆ ਹੈ, ਸਾਰਿਆਂ ਨੇ ਸਮੇਤ ਕਾਂਗਰਸੀ ਸਮੇਤ ਅਕਾਲੀ ਦਲ ਸਮੇਤ ਇੱਥੇ ਆਮ ਆਦਮੀ ਪਾਰਟੀ ਨੂੰ। ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ, ਐਸੇ ਚੱਕਰ ਵਿੱਚ ਹੁਣ ਫਸੇ ਨੇ ਕਿਸਾਨ ਅੰਦੋਲਨ ਵਿੱਚ। ਪਤਾ ਨਹੀਂ ਕਿਸਾਨ ਅੰਦੋਲਨ ਨੇ ਮੂੰਹ ਕਿਹੜੇ ਪਾਸੇ ਕਰ ਲੈਣਾ, ਇੰਨੇ ਘਬਰਾਹਟ ਵਿੱਚ ਨੇ। ਔਰ ਇਹ ਵੀ ਇੱਕ ਅਸੀਂ ਹੁਣ ਭਾਵੇਂ ਕੁਝ ਜਨਤਾ ਨੂੰ ਜਾਂ ਮੀਡੀਆ ਨੂੰ ਲੱਗ ਰਿਹਾ ਵੀ ਸਾਡੀ ਪ੍ਰਾਪਤੀ ਨਹੀਂ ਹੋਈ, ਇਹ ਵੱਡੀ ਮੇਰੀ ਜ਼ਿੰਦਗੀ 'ਚ ਪ੍ਰਾਪਤੀ। ਕਿਸਾਨ ਅੱਜ ਝੰਡੇ ਤੇ ਆ ਗਿਆ। ਇੱਥੇ ਨਿਰੀਆਂ ਲੋਕਲ ਪਾਰਟੀਆਂ ਨਹੀਂ, ਪੂਰੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਜ਼ਬਾਨ ਤੇ ਕਿਸਾਨ ਆ ਗਿਆ। ਇਹ ਮੈਂ ਪਹਿਲੀ ਵਾਰ ਵੇਖ ਰਿਹਾ। ਔਰ ਮੈਂ ਕਹਿੰਦਾ ਦੱਬੀ ਜੀ ਜ਼ਬਾਨ ਨਾਲ ਪਤਾ ਕੀ ਕਹਿੰਦੇ ਨੇ ਪੋਲੀਟੀਕਲ ਲੀਡਰ, ਅਸੀਂ ਕਿਸਾਨਾਂ ਦੇ ਮਗਰ ਆ, ਕਿਸਾਨ ਅਗਵਾਈ ਕਰਨ, ਨਹੀਂ ਤੇ ਅੱਜ ਤੱਕ ਕੋਈ ਜਾਣਦੇ ਨਹੀਂ ਸੀ। ਨਹੀਂ, ਉਹਨਾਂ ਨੂੰ ਇਹ ਪਤਾ ਹੈ ਵੀ ਪਤਾ ਨਹੀਂ ਕਿਸਾਨ ਮੂੰਹ ਕਿਹੜੇ ਪਾਸੇ ਕਰ ਲੈਣ। ਪਰ ਬਾਪੂ ਜੀ ਤੁਸੀਂ ਇਹਨਾਂ ਨੂੰ ਇਹ ਗੱਲ ਕਿਉਂ ਨਹੀਂ ਕਹਿੰਦੇ ਪਏ ਵੀ ਇੱਥੇ ਮੂਰਤੀ ਅਸੀਂ ਸਾਂਭੇ ਹੋਏ ਨੇ, ਤੁਸੀਂ ਦਿੱਲੀ ਵਾਲੇ ਪਾਸੇ ਮੂੰਹ ਕਰੋ, ਅਸਤੀਫੇ ਚੁੱਕ ਕੇ ਮੱਥੇ ਮਾਰੋ, ਰਾਜਸੀ ਸੰਕਟ ਖੜਾ ਕਰ ਦਿਓ। ਨਹੀਂ ਨਹੀਂ, ਉਹ ਅਸੀਂ ਕਰ ਰਹੇ ਹਾਂ। ਅਸੀਂ ਤੁਸੀਂ ਆ ਥੋੜੇ ਦਿਨਾਂ 'ਚ ਵੇਖਿਓ ਜੇ ਦਿੱਲੀ ਜਾ ਰਹੇ ਸੀ ਅਸੀਂ। ਕੈਪਟਨ ਅਮਰਿੰਦਰ ਸਿੰਘ ਨੂੰ ਇਹਨੇ ਸਾਡੀ ਜਦੋਂ ਬਹੁਤ ਦੇ ਬਰੰਟ ਸ਼ੁਰੂ ਹੀ ਹੋਏ, ਸਾਡੀਆਂ ਇੰਟਰਵਿਊ ਸ਼ੁਰੂ ਹੋਈਆਂ ਕਿਸਾਨਾਂ ਦੀਆਂ, ਮੀਡੀਆ ਚਰਚਾ ਹੋਈ, ਤੇ ਇਹਨੇ ਵੀ ਮੀਟਿੰਗ ਬੁਲਾਈ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਤੇ ਬਹੁਤ ਵੱਡਾ ਸੰਕਟ ਆ ਗਿਆ, ਭਾਰਤ ਸਰਕਾਰ ਨੇ ਬਹੁਤ ਹੱਲਾ ਬੋਲਿਆ ਦੇਸ਼ ਦੀ ਖੇਤੀ ਨੂੰ ਤਬਾਹ ਕਰਨ ਵਾਸਤੇ, ਦੱਸੋ ਮੈਂ ਕੀ ਕਰਾਂ। ਅਸੀਂ ਕਿਹਾ ਵੀ ਤੂੰ ਇੱਕ ਕੰਮ ਕਰ, ਜੇ ਤੂੰ ਹਮਦਰਦੀ ਸਾਡੀ ਰੱਖਦਾ ਹੈ ਤੇ ਤੂੰ ਵਿਧਾਨ ਸਭਾ 'ਚ ਮਤਾ ਪਾ ਕੇ, ਜਿਵੇਂ ਪਾਣੀਆਂ ਦਾ ਮਤਾ ਪਾਇਆ, ਤੂੰ ਇਹਨੂੰ ਰੱਦ ਕਰ। ਉਹਨੇ ਰੱਦ ਕੀਤਾ, ਸਾਡੀ ਸਿਫਾਰਸ਼ ਕੀਤਾ। ਕੀਤਾ ਅਸੀਂ ਮੀਡੀਆ ਵਿੱਚ ਹੀ, ਜਿੱਦਣ ਪਹਿਲੋਂ ਹੀ ਸਿਰ ਜੋੜ ਕੇ ਅਸੀਂ ਬੈਠੇ ਸ਼ੁਰੂ ਹੋਏ ਕਿਸਾਨ ਜਥੇਬੰਦੀਆਂ, ਉਹ ਤੇ ਮੀਡੀਆ ਰਾਹੀਂ ਅਪੀਲ ਕੀਤੀ। ਔਰ ਉਹ ਅਸੀਂ 19 ਤਰੀਕ ਨੂੰ ਅਪੀਲ ਕੀਤੀ ਤੇ 28 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਉਹਦੇ ਵਿੱਚ ਉਹਨੇ ਮਤਾ ਪਾਇਆ। ਇਹ ਗੱਲ ਵੱਖਰੀ, ਰਾਜਪਾਲ ਨੇ ਉਹਦੇ ਤੇ ਸਾਈਨ ਨਹੀਂ ਕੀਤੇ। ਹੁਣ ਅਸੀਂ ਉਹਨੂੰ ਫਿਰ ਦੁਬਾਰਾ, ਜਦੋਂ ਆ ਹੁਣ ਕਿਸਾਨ ਪੂਰਾ ਪੱਕ ਗਿਆ, ਜਦੋਂ ਹੁਣ ਆਰਡੀਨੈਂਸਾਂ ਦੇ ਅੱਗੇ ਜਾ ਕੇ ਬਿੱਲਾਂ ਦੀ ਰੂਪ ਧਾਰ ਕੇ ਕਾਨੂੰਨ ਦਾ ਰੂਪ ਲੈ ਗਏ, ਫਿਰ ਅਸੀਂ ਇਹਨੂੰ ਕਿਹਾ ਵੀ ਹੁਣ ਜਿਹੜਾ ਖੇਤੀ ਟੌਪਿਕ ਹੈ ਨਾ, ਖੇਤੀ ਕਾਰੋਬਾਰ ਹੈ, ਇਹ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮੁੱਖ ਮੰਤਰੀ ਸਾਹਿਬ ਜੇ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ, ਉਹਨਾਂ ਨੇ ਕੇਂਦਰ ਸਰਕਾਰ ਦੇ ਸੂਬਿਆਂ ਦੀ ਰਾਏ ਤੋਂ ਬਗੈਰ ਐਡਾ ਵੱਡਾ ਹੱਲਾ ਬੋਲਿਆ ਹੈ ਖੇਤੀ ਨੂੰ ਤਬਾਹ ਕਰਨ ਵਾਸਤੇ, ਤੇ ਤੁਸੀਂ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਤੁਸੀਂ ਇਹਨੂੰ ਜਿਹੜੇ ਆਰਡੀਨੈਂਸ ਜਾਂ ਬਿੱਲ ਕਾਨੂੰਨ ਦਾ ਰੂਪ ਧਾਰ ਕੇ ਉਹਨਾਂ ਨੂੰ ਰੱਦ ਕਰੋ। ਔਰ ਇੱਕ ਤੁਹਾਡੇ ਕੋਲ ਅਧਿਕਾਰ ਹੈ, ਇੱਕ ਐਸਾ ਕਾਨੂੰਨ ਬਣਾਓ ਜਿਹੜੇ ਆਪਣੇ ਸੂਬੇ ਦੇ ਕਿਸਾਨਾਂ ਦੀ ਰੱਖਿਆ ਕਰਦਾ ਹੋ। ਇਹ ਸਾਡੇ ਨਾਲ ਉਹ ਸਹਿਮਤ ਹੋਏ ਨੇ। ਨਹੀਂ ਨਹੀਂ, ਵੇਖੋ ਇੱਕ ਹੋਰ ਕਮਾਲ ਦੀ ਗੱਲ, 29 ਤਰੀਕ ਨੂੰ ਇਹਨਾਂ ਨੇ ਫਿਰ ਆਪ ਬੁਲਾਇਆ ਸਾਨੂੰ ਬਈ ਹੁਣ ਅੰਦੋਲਨ ਬਹੁਤ ਭੱਗ ਗਿਆ, ਇਹਨਾਂ ਹਾਲਾਤਾਂ 'ਚ ਅਸੀਂ ਕੀ ਕਰੀਏ। ਅਸੀਂ ਫਿਰ ਉੱਥੇ ਇਹਨੂੰ ਸਮਝਾਇਆ ਵੀ ਹੁਣ ਕਾਨੂੰਨ ਬਣ ਗਿਆ, ਉੱਥੇ ਤੂੰ ਆਹ ਕੰਮ ਕਰ। ਇਹ ਕੁਛ ਚਿਰ ਤਾਂ ਇਹ ਅੜਿਆ ਵੀ ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ। ਅਸੀਂ ਹਾਈ ਕੋਰਟ ਦੇ ਵਕੀਲ ਸਾਹਮਣੇ ਲਿਜਾ ਕੇ ਅਸੀਂ ਪੜ੍ਹਾਤਾ, ਲਾ ਪੜ੍ਹਾਤੇ, ਸਾਰੇ ਕਾਨੂੰਨ ਪੜ੍ਹਾਤੇ, ਫਿਰ ਸਾਡੇ ਨਾਲ ਸਹਿਮਤ ਹੋਇਆ। ਤੇ ਇੱਕ ਹਫ਼ਤੇ 'ਚ ਮੈਂ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਤੁਹਾਡੀਆਂ ਮੰਗਾਂ ਦੇ ਉੱਤੇ ਇਹ ਮੈਂ ਸਾਰੇ ਲੈ ਕੇ ਆਇਆ, ਮੰਨ ਗਿਆ। ਫਿਰ ਥੋੜ੍ਹਾ ਜਿਹਾ ਇਹਨਾਂ ਨੂੰ ਪਤਾ ਨਹੀਂ ਕੋਈ ਦਬਾਅ ਸੀ ਜਾਂ ਕੋਈ ਅਣਗਹਿਲੀ ਸੀ ਜਾਂ ਕਾਨੂੰਨ ਦੇ ਵਿੱਚ ਕੋਈ ਅੜਚਨਾ ਸੀ, ਤਿੰਨੇ ਗੱਲਾਂ ਹੋ ਸਕਦੀਆਂ ਨੇ। ਫਿਰ ਜਦੋਂ ਅਸੀਂ 1:10 ਤੇ 14 ਤਰੀਕ ਨੂੰ ਬਾਈਕਾਟ ਕੀਤਾ, ਉੱਥੇ ਵਾਕਆਊਟ ਕੀਤਾ, ਭਾਰਤ ਸਰਕਾਰ ਨੂੰ ਠੁੱਡਾ ਮਾਰਿਆ, ਤੇ ਫਿਰ ਯਕਦਮ 2:30 ਵਜੇ ਅਸੀਂ ਸੁਣਿਆ, ਖਬਰ ਆਈ ਮੋਬਾਈਲਾਂ ਤੇ ਵੀ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ 19 ਤਰੀਕ ਨੂੰ ਸੱਦ ਲਿਆ। ਬਹੁਤ ਅਸੀਂ ਤੇਜ਼ੀ ਨਾਲ ਆਪਦੇ ਵੱਧ ਰਹੇ ਆਪਦੇ ਮਿਸ਼ਨ ਦੇ ਵਿੱਚ। ਜੇ ਇਹ ਵਿਧਾਨ ਸਭਾ ਦੇ ਸੈਸ਼ਨ ਨਾ ਉਹਨੇ ਏਜੰਡਾ ਹੈ ਸਾਨੂੰ ਦਿੱਤਾ ਹੈ, ਸਾਫ਼ ਆ ਗਿਆ ਹੈ, ਸਾਨੂੰ ਉਹਨਾਂ ਦੇ ਮੰਤਰੀਆਂ ਨੇ ਵੀ ਆਣ ਕੇ ਦੱਸਤਾ ਹੈ ਬਈ ਅਸੀਂ ਹੁਣ 19 ਤਰੀਕ ਨੂੰ ਸੱਦ ਲਿਆ ਸੈਸ਼ਨ, ਅਸੀਂ ਤੁਹਾਡੀ ਗੱਲ ਮੰਨ ਲਈ, ਉਹ ਰੱਦ ਕਰਾਂਗੇ, ਇੱਕ ਹੋਰ ਕਾਨੂੰਨ ਲੈ ਕੇ ਆਵਾਂਗੇ। ਤੇ ਉਹ ਮੰਤਰੀ 15 ਤਰੀਕ ਨੂੰ ਆਏ ਵੀ ਸੀ, 2 ਮੰਤਰੀ 3 ਮੰਤਰੀ ਆਏ ਸੀ ਵੀ ਤੁਸੀਂ ਰੇਲਾਂ ਤੋਂ ਉੱਠ ਜਾਓ, ਵੀ ਤੁਸੀਂ ਖਾਦ ਦੀ ਸਮੱਸਿਆ ਹੈ, ਕੋਲੇ ਦੀ ਸਮੱਸਿਆ ਹੈ, ਬਾਰਦਾਨੇ ਦੀ ਸਮੱਸਿਆ ਹੈ। ਅਸੀਂ ਕਿਹਾ ਵੀ ਇਹ ਸਾਡੀ ਸਮੱਸਿਆ, ਤੁਹਾਡੀ ਨਹੀਂ। ਜਿਨ੍ਹਾਂ ਦੀ ਅਸੀਂ ਅਗਵਾਈ ਕਰਦੇ ਹਾਂ, ਜੇ ਬਾਰਦਾਨਾ ਸਮੇਂ 'ਚ ਨਾ ਆਇਆ, ਮੰਡੀਆਂ 'ਚ ਕਿਸਾਨ ਪਰੇਸ਼ਾਨ ਹੋਇਆ, ਤੇ ਸਾਨੂੰ ਕਿਸਾਨ ਗੁੱਸੇ ਹੋਣਗੇ। ਜੇ ਕੋਲਾ ਨਾ ਆਇਆ, ਬਿਜਲੀ ਘਟ ਗਈ, ਪਾਣੀ ਨਾ ਖੇਤਾਂ ਨੂੰ ਲੱਗਿਆ, ਤਾਂ ਸਾਨੂੰ ਕਿਸਾਨ ਗੁੱਸੇ ਹੋਣਗੇ। ਤੁਹਾਨੂੰ ਫਿਕਰ ਨਹੀਂ, ਤੁਹਾਨੂੰ ਫਿਕਰ ਇੱਕੋ ਹੀ ਗੱਲ ਦਾ ਕਰਨਾ ਚਾਹੀਦਾ ਹੈ ਵੀ ਜਿਹੜਾ 19 ਤਰੀਕ ਨੂੰ ਤੁਸੀਂ ਮੀਟਿੰਗ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ, ਉਹਦੇ ਵਿੱਚ ਆਪਣੀ ਜ਼ਬਾਨ 'ਤੇ ਪੂਰੇ ਉਤਰੋ। ਜੇ ਮੰਨ ਲਓ ਕੈਪਟਨ ਅਮਰਿੰਦਰ ਸਿੰਘ
19 ਤਰੀਕ ਨੂੰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਸ ਚੀਜ਼ ਨੂੰ ਰੱਦ ਕਰ ਦਿੰਦਾ ਤੁਹਾਡੇ ਮਗਰ ਲੱਗ ਕੇ, ਫਿਰ ਤੁਸੀਂ ਉੱਠ ਜਾਓਗੇ ਟਰੈਕ ਤੋਂ? ਨਹੀਂ, ਅਸੀਂ 20 ਤਰੀਕ ਨੂੰ ਮੀਟਿੰਗ ਸਪੈਸ਼ਲ ਸੱਦ ਲਈ। ਅੱਛਾ, 20 ਤਰੀਕ ਨੂੰ ਸਾਡੀ ਮੀਟਿੰਗ ਹੋਵੇਗੀ। ਅਸੀਂ ਇਹ ਸੈਸ਼ਨ ਦੇ ਜਿਹੜੀ ਕਾਰਵਾਈ ਸਾਰੀ ਚੈੱਕਅਪ ਕਰਾਂਗੇ, ਸਾਰਾ ਉਹਦੇ ਤੇ ਵਿਚਾਰ ਕਰਾਂਗੇ ਔਰ ਦਿੱਲੀ ਦਾ ਰਵੱਈਆ ਵੇਖਾਂਗੇ ਕੀ ਅਸੀਂ ਕਰਨਾ ਹੈ। ਉਹ ਸਾਡੇ ਜਿਹੜੀ 30 ਮੈਂਬਰੀ ਕਿਸਾਨ ਕੋਆਰਡੀਨੇਸ਼ਨ ਕਮੇਟੀ ਹੈ ਉਹ ਹੀ ਫੈਸਲੇ ਲਏਗੀ। ਤੇ 31 ਕੱਢ ਦਿੱਤਾ ਲਖੋਵਾਲ ਨੂੰ? ਹਾਂਜੀ, ਲਖੋਵਾਲ ਕੱਢ ਦਿੱਤਾ ਫਿਰ ਪਾਸੇ? ਨਹੀਂ, ਉਹ ਲਖੋਵਾਲ ਨੇ ਬਹੁਤ ਪਹਿਲੀਆਂ ਵੀ ਗਲਤੀਆਂ ਕੀਤੀਆਂ, ਇੱਕ ਹੋਰ ਕਰ ਗਿਆ ਸੀ। ਸਾਡੇ ਸਾਰੇ ਕਿਸਾਨ ਕੋਆਰਡੀਨੇਸ਼ਨ ਨੂੰ ਪਾਸ ਕਰਕੇ, ਉਹ ਮੈਂਬਰ ਸੀ ਸਾਡਾ ਜਦੋਂ ਕਿਸਾਨ ਸਾਰੀਆਂ ਇਕੱਠੇ ਕੱਤੇ ਹੋਈਆਂ, ਉਹ ਪਤਾ ਨਹੀਂ ਉਹਨੂੰ ਕੀ ਪ੍ਰਭਾਵ ਗਿਆ, ਉਹਨੇ ਦਬੋ ਦਬ ਸਾਡੇ ਤੋਂ ਚੋਰੀ ਸੁਪਰੀਮ ਕੋਰਟ 'ਚ ਰਿਟ ਕਰਤੀ। ਰਿਟ ਕਰਨ ਤੋਂ ਸਾਨੂੰ ਲੱਗਿਆ ਵੀ ਇਹ ਸਾਡੇ ਕਿਸਾਨ ਅੰਦੋਲਨ ਨੂੰ ਠੰਡਾ ਕਰਨ ਵਾਸਤੇ ਪਤਾ ਨਹੀਂ ਦਾਲ ਵਿੱਚ ਕਾਲਾ ਲੱਗਿਆ ਸਾਨੂੰ। ਅਸੀਂ ਫਿਰ ਉਹਨੂੰ ਸਸਪੈਂਡ ਕਰਤਾ, ਉਹਦੀ ਸੰਸਥਾ ਨੂੰ, ਉਹਦੇ ਮੈਂਬਰਸ਼ਿਪ ਨੂੰ ਸਸਪੈਂਡ ਕਰਤਾ। ਅਸੀਂ ਸ਼ਰਤ ਰੱਖਤੀ ਵੀ ਉਹ ਰਿਟ ਜਿੰਨਾ ਚਿਰ ਵਾਪਸ ਨਹੀਂ ਲੈ ਕੇ ਆਉਂਦਾ, ਉਹਨਾਂ ਚਿਰ ਸਾਥ ਨਹੀਂ ਕਰਦਾ ਮੇਰੀ ਗਲਤੀ, ਉਹਨਾਂ ਚਿਰ ਅਸੀਂ ਨਹੀਂ। ਅਸੀਂ ਹੁਣ ਆ 15 ਤਰੀਕ ਨੂੰ ਉਹਨੂੰ ਉਹ ਥੋੜ੍ਹਾ ਜਿਹਾ ਅਸੀਂ ਢਿੱਲ ਦੇਤੀ ਵੀ ਜੇ ਠੀਕ ਢੰਗ ਨਾਲ ਚੱਲੇ ਤਾਂ ਕੋਈ ਹਰਜ ਨਹੀਂ, ਜੇ ਉਹ ਵਾਪਸ, ਉਹਨੇ ਵੈਸੇ ਰਿਟ ਵਾਪਸ ਲੈ ਲਈ। ਅੱਗੇ ਦੇਖਦੇ ਕੀ ਕਰਦਾ। ਤੇ ਹੁਣ ਤੁਹਾਡਾ ਸਾਰਾ ਜਿਹੜਾ ਧਿਆਨ ਹੈ ਤੇ ਫਿਰ 19 ਤਰੀਕ ਦੇ ਸੈਸ਼ਨ ਤੇ ਕੇਂਦਰ ਤੇ ਆ? ਨਹੀਂ, ਸਾਡਾ ਧਿਆਨ ਨਰਿੰਦਰ ਮੋਦੀ ਦੇ ਜਿਹੜੇ ਕਿਸਾਨ ਮਾਰੂ ਜਾਂ ਕਿਸਾਨ ਲੋਕਾਂ ਦੇ ਵਾਰੰਟਾਂ ਦੇ ਦਸਤਖਤ ਹੁੰਦੇ ਕੀਤੇ, ਸਾਡਾ ਉਹ ਹੈ। ਇਹ ਕੋਈ ਟਾਰਗੇਟ ਨਹੀਂ ਸਾਡਾ। ਇਹਦੇ ਵਿੱਚ ਇੱਕ ਚੱਲ ਪਿਆ, ਵਿੱਚ ਵਿਸ਼ਾ ਚੱਲ ਪਿਆ। ਇਹ ਠੀਕ ਹੈ, ਸਾਨੂੰ ਲੱਗਿਆ ਹੈ ਵੀ ਜੇ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦਾ ਮਤਾ ਵਿਧਾਨ 'ਚ ਪਾਇਆ ਹੈ ਤੇ ਉਹ 14 ਸਾਲ ਹੋ ਗਏ ਪਾਣੀ ਰੁਕਿਆ ਹੈ। ਕਦੇ ਅਸੀਂ ਜਾਂਦੇ ਹਾਂ ਸੁਪਰੀਮ ਕੋਰਟ, ਕਦੇ ਉਹ ਜਾਂਦੇ ਨੇ, ਕਦੇ ਹਰਿਆਣੇ ਵਾਲੇ ਜਾਂਦੇ ਨੇ, ਕਦੇ ਭਾਰਤ ਸਰਕਾਰ ਜਾਂਦੀ ਹੈ। ਤੇ ਜੇ ਇਹ ਪਾ ਦਿੰਦਾ ਹੈ ਨਾ ਤੇ ਮੋਦੀ ਦਾ ਪਾਸਾ ਪੁੱਠਾ ਪਵੇਗਾ, ਸਾਨੂੰ ਸਾਥ ਹੈ। ਅੱਛਾ, ਕਿਉਂ ਸਾਥ ਹੈ? ਨਹੀਂ, ਜੇ ਇੱਕ ਸਟੇਟ ਪਾਵੇਗੀ ਫਿਰ ਬਾਕੀ ਵੀ ਪਾਉਣਗੀਆਂ? ਨਹੀਂ, ਉਹ ਕਾਂਗਰਸ ਸੋਨੀਆ ਗਾਂਧੀ ਨੇ ਸਾਡੇ ਪ੍ਰਭਾਵ ਥੱਲੇ ਸਾਰਾ ਕਿਸਾਨ ਅੰਦੋਲਨ ਵੇਖ ਕੇ ਨਾ ਚੈੱਕ ਕਰਕੇ ਸੋਨੀਆ ਗਾਂਧੀ ਨੇ ਕਹਿਤਾ ਵੀ ਜਿੱਥੇ ਜਿੱਥੇ ਸਾਡੀਆਂ ਸਰਕਾਰਾਂ ਨੇ ਅਸੀਂ ਮਤੇ ਪਾਵਾਂਗੇ, ਕਿਉਂਕਿ ਸੰਵਿਧਾਨ ਸਾਨੂੰ ਆਗਿਆ ਦਿੰਦਾ ਹੈ। ਅਸੀਂ ਸੋਨੀਆ ਤੱਕ ਸਮਝਾਉਣ ਦੇ ਵਿੱਚ ਇਹ ਕਿਸਾਨ ਅੰਦੋਲਨ ਰਾਹੀਂ ਕਾਮਯਾਬ ਹੋ ਰਹੇ ਹਾਂ, ਤਾਂ ਕਿ ਨੈਸ਼ਨਲ ਕਿਸਾਨ ਮੁੱਦਾ ਹੈ। ਨੈਸ਼ਨਲ ਕਿਸਾਨ ਮੁੱਦਾ ਜੇ 5 ਸੂਬੇ ਆ ਗਏ, ਅਸੀਂ ਛੇਤੀ ਹੁਣ ਅਗਲਾ ਪ੍ਰੋਗਰਾਮ 5 ਤਰੀਕ ਨੂੰ ਅਗਲੇ ਮਹੀਨੇ ਦੀ ਨਵੰਬਰ ਨੂੰ ਪੂਰਾ ਭਾਰਤ ਬੰਦ ਹੋਵੇਗਾ। ਪੂਰਾ ਭਾਰਤ ਬੰਦ ਹੋਵੇਗਾ ਔਰ ਭਾਰਤ ਦੇ ਕਿਸਾਨ ਸਾਨੂੰ ਕਹਿ ਰਹੇ ਯਾਰ ਤੁਸੀਂ ਕੱਲੇ ਕੱਲੇ ਪੰਜਾਬ ਬੰਦ ਇੱਕ ਦਿਨ ਕਰਕੇ ਮਿਸਾਲ ਕਾਇਮ ਕਰ ਦਿੱਤੀ, ਆਓ ਹੁਣ ਪੂਰਾ ਭਾਰਤ ਬੰਦ ਕਰੀਏ। ਭਾਰਤ ਵੀ ਪੰਜਾਬ ਵਰਗਾ ਬੰਦ ਹੋਵੇਗਾ। ਨਹੀਂ, ਇਹ ਹੁਣ ਜੇ ਆਪਾਂ ਗੱਲ ਕਰੀਏ ਭਾਰਤ ਦੀ ਬੰਦ ਤੋਂ ਅਸੀਂ ਸ਼ਾਂਤ ਨਹੀਂ ਹੋਣਾ। ਅਸੀਂ ਫਿਰ ਐਮਰਜੈਂਸੀ ਸਾਰੇ ਦੇਸ਼ ਦੇ ਕਿਸਾਨਾਂ ਜਥੇਬੰਦੀਆਂ ਦਾ ਮੀਟਿੰਗ ਛੇਤੀ ਬੁਲਾ ਕੇ ਦਿੱਲੀ ਅਗਲੀ ਰਣਨੀਤੀ ਤੈਅ ਕਰਾਂਗੇ। ਔਰ ਉਹ ਪਰੜੀਆਂ ਤੇ ਬਹਿਣਾ ਸਾਡਾ ਸ਼ੌਂਕ ਨਹੀਂ, ਜਿਹੜਾ ਵੱਡਾ ਜਿੱਥੇ ਚਾਹਤਾ ਦੁਸ਼ਮਣ ਬੈਠਾ, ਸਾਡੀ ਲੜਾਈ ਪੂਰੀ ਸਿੱਧੀ ਉੱਥੇ ਜਾ ਰਹੀ। ਦੇ ਘਰਾਂ ਮੂਰੇ ਬੈਂਦੇ ਇਹਨਾਂ ਦਾ ਨਿਕਲਣਾ ਦੁੱਬਰ ਕਰ ਦਿੰਦੇ ਨਾ, ਤੇ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਬੀਜੇਪੀ ਦੇ ਘਰਾਂ ਦੇ ਬੈਠੇ ਆ, ਬਾਹਰ ਨਿਕਲਦੇ ਨਹੀਂ ਪਏ। ਅਸੀਂ ਉਹਨਾਂ ਦੇ ਜਿਹੜੇ ਕਾਰੋਬਾਰ ਦੇ ਜੋ ਕਿਸਾਨ ਬਿਠਾਏ ਉੱਥੇ ਬੈਠੇ ਨੇ, ਬਸ ਠੀਕ ਆ। ਕਈ ਵਾਰ ਉਹਨਾਂ ਦੇ ਕੇਂਦਰ ਦਾ ਮੰਤਰੀ ਆਇਆ, ਤੰਗਰੂਰ ਉੱਥੋਂ ਭਜਾਇਆ ਲੋਕਾਂ ਨੇ। ਸਾਡਾ ਕਿਸਾਨ ਅੰਦੋਲਨ, ਤਾਂ ਮੈਂ ਕਹਿੰਦਾ ਜ਼ਿੰਦਗੀ 'ਚ ਮੈਂ ਕਿਸਾਨ ਅੰਦੋਲਨ ਪਹਿਲੀ ਵਾਰ ਵੇਖ ਰਿਹਾ। ਮੇਰੇ ਜਿਹੜੇ ਲੋਕਾਂ ਦਾ ਕਿਸਾਨ ਅੰਦੋਲਨ ਨੇ ਕਿਹਾ ਵੀ ਜਿਹੜੇ 31 ਜਥੇਬੰਦੀਆਂ ਦੇ ਆਗੂ ਨੇ ਦੁਬਾਰਾ ਜਵਾਨ ਕਰਤੇ ਹੈ, ਦੁਬਾਰਾ ਜਵਾਨ ਕਰਤੇ। ਜਵਾਨ ਨਹੀਂ ਕਰਤੇ, ਨੌਜਵਾਨ ਕਰਤੇ। ਨੌਜਵਾਨ ਕਰਤੇ। ਮੈਨੂੰ ਇੰਨਾ ਫਖਰ ਨਾਲ ਅਸੀਂ ਕਹਿ ਸਕਦੇ ਸਾਰੇ ਵੇਖੋ ਸਾਡੀਆਂ ਵਿਚਾਰਾਂ ਬਹੁਤ ਅਲੱਗ-ਅਲੱਗ ਸੀ। ਜਿਹੜੀ ਮੈਂ ਵਾਅਦਾ ਨਾਲ ਤੁਹਾਡੇ ਇੱਥੇ ਬਹਿ ਕੇ ਕਰਕੇ ਗਿਆ ਸੀ ਨਾ, ਮੈਨੂੰ ਉਹ ਫਖਰ ਹੈ। ਔਰ ਉਹ ਲੋਕ ਕਹਿ ਰਹੇ ਨੇ ਮੈਨੂੰ, ਸਾਰੇ ਲੀਡਰ, ਉਹ ਕਹਿੰਦੇ ਯਾਰ ਤੂੰ ਭਵਿੱਖਬਾਣੀ ਕੀਤੀ ਤੇ ਆਪਾਂ ਹੁਣ ਇਕੱਠੇ ਹੋ ਗਏ। ਇਕੱਠੇ ਵੀ ਕਿਉਂ ਹੋ ਗਏ? ਲੋਕਾਂ ਤੋਂ ਡਰਦੇ ਹੋਏ, ਸ਼ੌਂਕ ਨਾਲ ਨਹੀਂ ਹੋਏ। ਅਸੀਂ ਮਤ ਸੋਚੋ ਅਸੀਂ ਸ਼ੌਂਕ ਨਾਲ ਹੋਏ। ਜੇ ਸ਼ੌਂਕ ਨਾਲ ਹੋਏ ਹੁੰਦੇ ਤੇ ਲੱਖੋਵਾਲ ਸਾਹਿਬ ਉੱਥੇ ਨਹੀਂ ਸੀ ਜਾਣਾ ਚਾਹੀਦਾ। ਸ਼ੌਂਕ ਨਾਲ ਨਹੀਂ ਹੋਏ, ਡਰਦੇ ਹੋਏ। ਜੇ ਹੁਣ ਡਰ ਪੈਦਾ ਹੋਇਆ ਤਾਂ ਰਿਟ ਵੀ ਵਾਪਸ ਆ ਗਈ। ਲੱਖੋਵਾਲ ਦਾ ਕਿਸਾਨ ਕੋਆਰਡੀਨੇਸ਼ਨ ਕਮੇਟੀ ਕਿਸੇ ਵੀ ਮੈਂਬਰ ਦਾ ਵਾਇਰ ਨਹੀਂ ਹੈਗਾ। ਸਾਨੂੰ ਇਹ ਪਤਾ ਸੀ ਵੀ ਕੇਂਦਰ ਸਰਕਾਰ ਦੇ ਝੱਟ ਕਹਿ ਦੇਣਾ, ਲਓ ਜੀ ਕਿਸਾਨ ਲੀਡਰੋ ਤੁਸੀਂ ਸੁਪਰੀਮ ਕੋਰਟ ਜਾ ਵੜੇ, ਜੋ ਸੁਪਰੀਮ ਕੋਰਟ ਕਹੇਗਾ ਅਸੀਂ ਹੁਕਮ ਮੰਨ ਲਾਂਗੇ, ਜਾਓ ਤੁਸੀਂ ਆਪਣੇ ਘਰ ਖੇਤੀ ਕਰੋ, ਅਸੀਂ ਆਪਦੇ ਹਿਸਾਬ ਨਾਲ ਇਹਨੂੰ ਲਾਗੂ ਕਰਦੇ ਹਾਂ। ਸੋ ਸਾਨੂੰ ਬਹੁਤ ਨੁਕਸਾਨ ਵਾਲੀ ਰਿਟ ਸੀ ਜੀ। ਤੇ ਹੁਣ ਉਹਨਾਂ ਨੇ ਵਾਪਸ ਲੈ ਲਈ, ਹੁਣ ਜਿਹੜੀ ਉਹਨਾਂ ਨੂੰ ਰਾਇਤ ਦੇਤੀ ਕਿ ਦੇਣੀ ਹੈ ਜੇ? ਨਹੀਂ ਦੇਤੀ, ਅਸੀਂ 15 ਤਰੀਕ ਨੂੰ ਦੇਤੀ। ਉਹਨਾਂ ਦਾ ਮੈਂਬਰ ਬਹਿ ਸਕਦਾ ਹੈ। ਉਹ ਜਿਹੜਾ ਮੁੰਡਾ ਉਹਦਾ ਜਨਰਲ ਸੈਕਟਰੀ ਸੀ ਜਿਹਨੇ ਬਾਹਲੀ ਗਲਤੀ ਕੀਤੀ, ਬਾਹਲਾ ਭੂਤਰਿਆ ਹੋਇਆ ਮੁੰਡਾ ਸੀ, ਉਹਨੂੰ ਵਿੱਚ ਬਹਿਣ ਦੀ ਆਗਿਆ ਨਹੀਂ ਹੈਗੀ। ਅੱਛਾ, ਉਹਨੂੰ ਆਗਿਆ ਨਹੀਂ ਹੈਗੀ। ਹਾਂ,
ਠੀਕ ਹੈ ਜੀ। ਸੋ ਇਹਨਾਂ ਦੇ ਉਹ ਵਰਕਰ ਛੱਡ ਕੇ ਉਹਨੂੰ ਵਰਕਰ ਛੱਡ ਕੇ ਨਾ ਬਿਲਕੁਲ ਛੱਡ ਕੇ। ਬੈਰੂ ਸਾਹਿਬ ਬਿਲਕੁਲ ਇੱਥੇ ਮੈਂ ਤੁਹਾਡੇ ਨਾਲ ਇੱਥੇ ਸਮੇਂ ਦੀਆਂ ਘੜੀਆਂ ਰੁਕਦੀਆਂ ਨੇ, ਮੈਂ ਸਮਾਪਤੀ ਕਰਾਂਗਾ। ਪਰ ਜਿੱਥੇ ਉਹਨਾਂ ਨੇ ਮੰਨ ਲਓ ਰਿਟ ਪਾਈ ਸੀ ਤੇ ਤੁਸੀਂ ਕਹਿ ਦਿੱਤਾ ਕਿ ਅਸੀਂ ਉਹਨਾਂ ਨੂੰ ਇੱਕ ਵਾਰੀ ਸਸਪੈਂਡ ਕਰ ਦਿੱਤਾ ਆਪਣੀਆਂ ਜਥੇਬੰਦੀਆਂ ਦੇ ਵਿੱਚੋਂ, ਪਰ ਰਾਜੇਵਾਲ ਨੇ ਜਿਹੜੇ ਟਰੈਕ ਤੋਂ ਮੋਰਚੇ ਚੁੱਕੇ ਹੈ ਉਦੋਂ ਵੀ ਕਾਫੀ ਵਿਰੋਧਤਾ ਹੋਈ, ਪਰ ਉੱਥੇ ਕੀ ਚੱਲਦਾ ਪਿਆ ਮੈਂ ਜ਼ਰੂਰ ਤੁਹਾਡੇ ਕੋਲ ਜਾਣਾਗਾ। ਸਮੇਂ ਦੀਆਂ ਘੜੀਆਂ ਰੋਕਦੀਆਂ ਨੇ। ਸੋ ਦਰਸ਼ਕੋ ਇਹ ਸਨ ਸਰਦਾਰ ਰਾਜੇਵਾਲ ਦਾ ਮੈਨੂੰ ਸਪਸ਼ਟ ਕਰਾ ਲਓ ਕਦੋਂ ਉਹਨੇ ਚੁੱਕੇ ਮੋਰਚੇ। ਆ ਜਦੋਂ ਹੁਣ ਸਾਡੀ ਕੋਆਰਡੀਨੇਸ਼ਨ ਕਿਸਾਨ ਕੋਆਰਡੀਨੇਸ਼ਨ ਕਮੇਟੀ ਬਣੀ ਉਗਰਾਹਾਂ ਮੈਂ ਸੌਰੀ ਮੈਂ ਇਸ ਚੀਜ਼ ਤੇ ਜਾਣਾਗਾ। ਸੋ ਦਰਸ਼ਕੋ ਬੜੀ ਜਲਦੀ ਤੁਹਾਡੀ ਸੇਵਾ ਸਾਡੇ ਪਾਰਟ ਦਾ ਮੈਂਬਰ ਨਹੀਂ ਹੈਗਾ, ਅਗਰਾਹ ਮੈਂ ਸਾਫ਼ ਕਰ ਦਿਆਂ, ਸਾਡੇ ਉਹ ਮੈਂਬਰ ਨਹੀਂ ਹੈਗਾ, 31 ਮੈਂਬਰਾਂ ਦੇ ਵਿੱਚ ਉਹ ਸ਼ਾਮਲ ਨਹੀਂ ਹੈਗਾ। 31 ਦੇ ਵਿੱਚ ਨਹੀਂ ਉਹ ਤਾਂ ਉਹਦਾ ਰਣਨੀਤੀ, ਅਸੀਂ ਸਾਡਾ ਉਹਦੇ ਨਾਲ ਚੰਗਾ ਨਾ ਮਾੜਾ ਅਸੀਂ ਕੁਝ ਕਹਿ। ਬਿਲਕੁਲ ਮੈਂ ਤੁਹਾਡੇ ਕੋਲ ਹੋਰ ਵੀ ਜਾਣਕਾਰੀਆਂ ਲੈਣੀਆਂ ਨੇ। ਸੋ ਦਰਸ਼ਕੋ ਇਹ ਸਨ ਸਰਦਾਰ ਸਤਨਾਮ ਸਿੰਘ ਵੈਰੂ, ਜੋ ਕਾਫੀ ਏਜ ਵੀ ਹੋ ਗਈ ਹੈ ਤੇ ਜੇ ਮੈਂ ਹੁਣ ਤੁਹਾਨੂੰ ਦੱਸਾਂ ਤੇ ਹੁਣ ਕਾਫੀ ਰਾਤ ਦਾ ਸਮਾਂ ਵੀ ਹੋ ਗਿਆ। ਆਪਣੇ ਦੋਤੇ ਦੇ ਵਿਆਹ ਤੋਂ ਸਿੱਧਾ ਸਾਡੇ ਅਕਾਲ ਚੈਨਲ ਦੇ ਸਟੂਡੀਓ ਵਿੱਚ ਪਹੁੰਚੇ ਨੇ ਤੇ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਰਹੇ ਸੀ, ਕਹਿੰਦੇ ਕਿ ਜਿਹੜੀ ਗੱਲ ਤੁਸੀਂ ਉਦੋਂ ਮੇਰੇ ਮੂੰਹੋਂ ਕਢਵਾ ਲਈ ਔਰ ਅਕਾਲ ਚੈਨਲ ਨੇ ਪਹਿਲ ਕਦਮੀ ਕਰ ਦਿੱਤੀ, ਕਹਿਣ ਲੱਗੇ ਕਿ ਉਹ ਮੈਸੇਜ ਬਹੁਤ ਵੱਡਾ ਗਿਆ ਔਰ ਸਾਨੂੰ ਹਕੀਕਤ ਜਾਣਿਆ ਜੇ ਸਭ ਤੋਂ ਵੱਡਾ ਸਨਮਾਨ ਹੀ ਇਹ ਲੱਗਦਾ ਹੈ। ਕਿਸੇ ਬਹੁਤ ਵੱਡੇ ਇਕੱਠ ਦੇ ਵਿੱਚ ਸਾਨੂੰ ਕੋਈ ਸਨਮਾਨ ਕਰ ਦੇਣਾ ਸ਼ਾਇਦ ਉਹਦਾ ਇੰਨਾ ਆਨੰਦ ਨਹੀਂ ਆਉਂਦਾ, ਪਰ ਜਦੋਂ ਕੋਈ ਕਿਸਾਨ ਭਰਾ ਕਹਿ ਦਿੰਦਾ ਵੀ ਜਿਹੜੇ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਮੈਂ ਗੱਲ ਕਹੀ ਉਹ ਗੱਲਾਂ ਅੱਜ ਸੱਚ ਹੋਈਆਂ, ਹਕੀਕਤ ਜਾਣਿਆ ਜੇ, ਉਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਸਕੂਨ ਦਿੰਦੀਆਂ ਨੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਰਸ਼ਕੋ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਕਿ ਅਗਲੇ ਐਪੀਸੋਡ ਦੇ ਵਿੱਚ ਵੀ ਸਰਦਾਰ ਸਤਨਾਮ ਸਿੰਘ ਬੈਰੂ ਮੇਰੇ ਨਾਲ ਹੋਣਗੇ, ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਨਾਲ ਮਜ਼ਦੂਰ, ਵਪਾਰੀ, ਬਾਕੀ ਵਰਗ ਉਸ ਪੱਧਰ ਦੇ ਉੱਪਰ ਕਿਉਂ ਨਹੀਂ ਚੱਲੇ ਜਿਸ ਪੱਧਰ ਦੇ ਉੱਪਰ ਚੱਲਣਾ ਚਾਹੀਦਾ ਹੈ। ਆਵਾਂਗਾ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।